ਮੁਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਪੰਜਾਬ ਸਰਕਾਰ ਦਾ ਵਿੱਤ ਵਿਭਾਗ ਵੱਲੋਂ ਇੱਕ ਲੈਟਰ ਇਸ਼ੂ ਹੋਇਆ ਹੈ 22 ਜੁਲਾਈ 2022 ਨੂੰ। ਇਸ ਲੈਟਰ ਦੇ ਵਿੱਚ ਦੋਸਤੋ ਗੱਲ ਕੀਤੀ ਗਈ ਹੈ ਬੇਸਿਕਲੀ ਪੈਨਸ਼ਨਰਸ ਦੇ ਬਾਰੇ। ਜਿਹੜੇ ਪੈਨਸ਼ਨਰਸ 1 ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਨੇ ਉਹਨਾਂ ਦੀਆਂ ਪੈਨਸ਼ਨਸ ਨੇ ਜਿਹੜੀਆਂ ਉਹ ਰਿਵਾਈਜ਼ ਕਰਨ ਵਾਸਤੇ ਇਲਸਟ੍ਰੇਸ਼ਨਸ ਨੇ ਜਿਹੜੀਆਂ ਉਹ ਇਸ਼ੂ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ, ਜੋ ਕਿ ਪਹਿਲਾਂ ਨਹੀਂ ਦਿੱਤੀਆਂ ਗਈਆਂ ਸੀ। ਪੈਨਸ਼ਨਰਸ ਦੇ ਨੋਟੀਫਿਕੇਸ਼ਨ ਜਿਹੜੇ ਇਸ਼ੂ ਹੋਏ ਸੀ ਪੈਨਸ਼ਨ ਰਿਵੀਜ਼ਨ ਦੇ, ਉਹਨਾਂ ਦੇ ਵਿੱਚ ਕੋਈ ਐਗਜ਼ਾਮਪਲ ਨਹੀਂ ਸੀ ਦਿੱਤੀ ਗਈ। ਤੇ ਤੁਹਾਨੂੰ ਜੇ ਯਾਦ ਹੋਵੇ ਦੋਸਤੋ, ਪੈਰਾ 5.1A ਸੀ ਜਿਹੜਾ ਉਹ ਹਾਲ ਦੀ ਘੜੀ ਗਵਰਨਮੈਂਟ ਨੇ ਰੋਕਿਆ ਹੋਇਆ ਸੀ ਕਿ ਉਹਦੀਆਂ ਕੈਲਕੂਲੇਸ਼ਨ ਥੋੜ੍ਹੀਆਂ ਲੈਂਥੀ ਨੇ, ਤਾਂ ਇਸ ਕਰਕੇ ਉਹ ਫਿਲਹਾਲ ਲਾਗੂ ਨਹੀਂ ਕੀਤੀਆਂ ਗਈਆਂ ਸੀ ਪੈਨਸ਼ਨਰਸ ਦੇ ਉੱਪਰ। ਤੇ 15% ਦਾ ਜਿਹੜਾ ਵਾਧਾ ਸੀਗਾ ਉਹ ਪੈਨਸ਼ਨਰਸ ਨੂੰ ਦਿੱਤਾ ਜਾ ਰਿਹਾ ਸੀਗਾ। ਪੈਨਸ਼ਨ ਰਿਵੀਜ਼ਨ ਜਿਹੜੀ ਕੀਤੀ ਗਈ ਸੀ 15% ਦੇ ਵਾਧੇ ਦੇ ਨਾਲ ਕੀਤੀ ਗਈ ਸੀ। ਤਾਂ ਹੁਣ ਦੋਸਤੋ 5.1A ਦੇ ਅਕੋਰਡਿੰਗਲੀ ਇਹ ਇਲਸਟ੍ਰੇਸ਼ਨਸ ਗਵਰਨਮੈਂਟ ਨੇ ਜਾਰੀ ਕੀਤੀਆਂ ਨੇ। ਆਪਾਂ ਨਜ਼ਰ ਮਾਰਦੇ ਹਾਂ ਅੱਗੇ ਲੈਟਰ ਕੀ ਕਹਿੰਦਾ ਹੈ। ਦੋਸਤੋ 29/10/2021 ਨੂੰ ਜਿਹੜਾ ਨੋਟੀਫਿਕੇਸ਼ਨ ਇਸ਼ੂ ਹੋਇਆ ਸੀ ਪੈਨਸ਼ਨਰਸ ਦੀ ਰਿਵੀਜ਼ਨ ਬਾਰੇ, ਤੇ ਜਿਹੜੇ ਪੈਨਸ਼ਨਰਸ 1 ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਨੇ ਇਹ ਉਹਨਾਂ ਦੀ ਗੱਲ ਹੋ ਰਹੀ ਹੈ ਦੋਸਤੋ। ਇੱਥੇ ਗੱਲ ਕੀਤੀ ਗਈ ਸੀ ਦੋ ਪੈਰਿਆਂ ਦੇ ਵਿੱਚ 5.1A ਤੇ 5.1B। ਇਹ ਮੈਥਡ ਸੀਗੇ ਪੈਨਸ਼ਨ ਜਾਂ ਫੈਮਿਲੀ ਪੈਨਸ਼ਨ ਨੂੰ ਰਿਵਾਈਜ਼ ਕਰਨ ਵਾਸਤੇ। ਤਾਂ ਇਹ ਦੋ ਮੈਥਡਸ ਦੋਸਤੋ ਗਵਰਨਮੈਂਟ ਨੇ ਜਿਹੜੇ ਦਿੱਤੇ ਸੀ। ਇਹਦੇ ਵਿੱਚ ਪੈਰਾ ਨੰਬਰ 5.1 ਦਾ A ਕਲੌਜ਼ ਸੀ ਜਿਹੜਾ, ਇਹਦੇ ਵਿੱਚ ਪੈਨਸ਼ਨ ਜਿਹੜੀ ਸੀ ਉਹ ਨੋਸ਼ਨਲੀ ਫਿਕਸ ਕਰਨੀ ਸੀ, ਨੋਸ਼ਨਲ ਪੇ ਬਣਾ ਕੇ ਉਹਦਾ 50% ਕਰਕੇ ਇੰਕਰੀਮੈਂਟਸ ਜਿੰਨੇ ਵੀ ਸੀਗੇ 3% ਦੇ ਨਾਲ ਉਹ ਕੈਲਕੂਲੇਟ ਕਰਨ ਤੋਂ ਬਾਅਦ ਉਹ ਪੈਨਸ਼ਨ ਸੀ ਜਿਹੜੀ ਕੈਲਕੂਲੇਟ ਕਰਨੀ ਸੀ। ਤੇ ਇਸ ਮੈਥਡ ਦੇ ਬਾਰੇ ਦੋਸਤੋ ਅੱਗੇ ਦੱਸਿਆ ਗਿਆ ਹੈ ਕਿ ਜਿਹੜਾ 5.1A ਦਾ ਜਿਹੜਾ ਕੈਲਕੂਲੇਸ਼ਨ ਸੀ ਉਹ ਕਾਫੀ ਲੈਂਥੀ ਸੀ, ਰਿਕਾਰਡਸ ਕਾਫੀ ਜ਼ਿਆਦਾ ਸੀ, ਤਾਂ ਇਹਦੇ ਵਾਸਤੇ ਗਵਰਨਮੈਂਟ ਨੂੰ ਕੁਝ ਟਾਈਮ ਚਾਹੀਦਾ ਸੀ ਇਹ ਸਾਰੇ ਕੈਲਕੂਲੇਟ ਕਰਨ ਵਾਸਤੇ। ਇੰਕਰੀਮੈਂਟ ਕਿਹਦੇ ਕਿੰਨੇ ਲੱਗਣੇ ਹੈ ਤੇ ਪੈਨਸ਼ਨ ਕਿਹਦੀ ਕਿੰਨੀ ਕੈਲਕੂਲੇਟ ਹੋਣੀ ਹੈ। ਥੋੜ੍ਹਾ ਲੈਂਥੀ ਹੋਣ ਕਰਕੇ ਗਵਰਨਮੈਂਟ ਨੇ ਹਾਲ ਦੀ ਘੜੀ ਹੋਲਡ 'ਤੇ ਰੱਖਿਆ ਹੋਇਆ ਸੀ ਇਹ ਮੈਥਡ। ਤੇ ਜਿਹੜਾ ਮੈਥਡ ਦਿੱਤਾ ਗਿਆ ਪੈਨਸ਼ਨਰਸ ਨੂੰ ਉਹ ਸੀ 15% ਵਾਧੇ ਦਾ, 113% ਜਿਹੜਾ DA ਸੀ ਉਹ ਲਾ ਕੇ 31/12/15 ਤੋਂ ਇਹ ਜਿਹੜਾ ਸੀਗਾ ਫਾਰਮੂਲਾ ਇੰਪਲੀਮੈਂਟ ਕੀਤਾ ਗਿਆ ਸੀ। ਤਾਂ ਦੋਸਤੋ ਇੱਥੇ ਦੱਸਿਆ ਗਿਆ ਕਿ ਪੈਨਸ਼ਨ ਡਿਸਬਰਸਿੰਗ ਅਥਾਰਟੀਜ਼ ਨੇ ਜਾਂ ਬੈਂਕਸ ਨੇ ਜਿਹੜੇ ਉਹਨਾਂ ਨੇ 1 ਜਨਵਰੀ 2016 ਤੋਂ ਪਹਿਲਾਂ ਦੇ ਜਿਹੜੇ ਰਿਟਾਇਰ ਹੋਏ ਪੈਨਸ਼ਨਰਸ ਨੇ ਉਹਨਾਂ ਦੀਆਂ ਪੈਨਸ਼ਨਸ ਰਿਵਾਈਜ਼ ਕਰ ਦਿੱਤੀਆਂ ਨੇ 15% ਵਾਧੇ ਦੇ ਫਾਰਮੂਲੇ ਦੇ ਨਾਲ। ਪਰ ਹੁਣ ਪੈਨਸ਼ਨਰਸ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਪੈਰਾ 5.1A ਦੇ ਅਕੋਰਡਿੰਗਲੀ ਜਿਹੜੀ ਪੈਨਸ਼ਨ ਰਿਵਾਈਜ਼ ਹੁੰਦੀ ਹੈ ਉਸ ਵਾਸਤੇ ਵੀ ਇਲਸਟ੍ਰੇਸ਼ਨਾਂ ਡਿਪਾਰਟਮੈਂਟ ਜਿਹੜੀਆਂ ਜਾਰੀ ਕਰੇ। ਤਾਂ ਉਹਦੇ ਵਾਸਤੇ ਦੋਸਤੋ ਇਹ ਇਲਸਟ੍ਰੇਸ਼ਨਸ ਅੱਜ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨੇ। ਤੇ ਇਹਦੇ ਵਿੱਚ ਦੋਸਤੋ ਸਾਫ਼ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ ਪੈਨਸ਼ਨ ਸੈਂਕਸ਼ਨ ਅਥਾਰਟੀਜ਼ ਨੂੰ ਕਿ ਇਲਸਟ੍ਰੇਸ਼ਨਸ ਦੇ ਅਕੋਰਡਿੰਗਲੀ ਜਿਹੜੀ ਵੀ ਪੈਨਸ਼ਨ ਬਣਦੀ ਹੈ ਕਰਮਚਾਰੀ ਦੀ, ਪੈਨਸ਼ਨਰ ਦੀ, ਇਸ ਪੱਤਰ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ, ਦੋਸਤੋ ਇਸ ਲੈਟਰ ਦੇ ਇਸ਼ੂ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਇਹ ਪੈਨਸ਼ਨ ਜਾਂ ਫੈਮਿਲੀ ਪੈਨਸ਼ਨ ਜਿਹੜੀ ਹੈ ਰਿਵਾਈਜ਼ ਕਰਨੀ ਹੋਊਗੀ। ਇਹ ਸਾਫ਼ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ ਡਿਪਾਰਟਮੈਂਟਸ ਨੂੰ। ਤਾਂ ਇੱਥੇ ਦੋਸਤੋ ਇਲਸਟ੍ਰੇਸ਼ਨਸ ਕਿਹੜੀਆਂ ਨੇ ਉਹਨਾਂ 'ਤੇ ਆਪਾਂ ਨਜ਼ਰ ਮਾਰ ਲੈਂਦੇ ਹਾਂ। ਤਾਂ ਦੋਸਤੋ ਇੱਥੇ ਫਸਟ ਇਲਸਟ੍ਰੇਸ਼ਨ ਜਿਹੜੀ ਦਿੱਤੀ ਹੋਈ ਹੈ, ਪਹਿਲੀ ਜਿਹੜੀ ਐਗਜ਼ਾਮਪਲ ਦਿੱਤੀ ਹੈ ਉਹ ਦਿੱਤੀ ਗਈ ਹੈ ਇੱਕ ਪੋਸਟ ਦੇ ਬਾਰੇ ਜਿਹੜੀ ਕਿ PN ਦੀ ਪੋਸਟ ਹੈ। ਤੇ ਇਹਦੀ ਜਿਹੜੀ ਜੁਆਇਨਿੰਗ ਡੇਟ ਸੀ ਉਹ ਸੀ ਦੋਸਤੋ 1 ਅਪ੍ਰੈਲ 1978। ਤੇ ਰਿਟਾਇਰਮੈਂਟ ਦੀ ਜਿਹੜੀ ਡੇਟ ਹੈ ਇਹ ਅਜ਼ਿਊਮ ਕੀਤੀਆਂ ਹੋਈਆਂ ਡੇਟਸ ਨੇ ਦੋਸਤੋ। ਇਹ ਡੇਟ ਦੋਸਤੋ ਦੱਸੀ ਹੋਈ ਹੈ 31 ਮਈ 2011। ਤਾਂ ਇਹਦੀ ਦੋਸਤੋ ਕੁਆਲੀਫਾਈਂਗ ਸਰਵਿਸ ਜਿਹੜੀ ਬਣ ਗਈ ਉਹ 33 ਸਾਲ 2 ਮਹੀਨੇ ਦੀ ਬਣ ਗਈ। ਤੇ ਜਿਹੜੇ ਪੇ ਸਕੇਲ 'ਤੇ ਇਹ ਕਰਮਚਾਰੀ ਰਿਟਾਇਰ ਹੋਏ ਹੈ 31/5/2011 ਨੂੰ ਉਹ ਸੀ ਆਹ ਵਾਲਾ 5910 20,200 ਪਲੱਸ 1900 ਗ੍ਰੇਡ ਪੇ। ਤੇ ਇਹਦੇ ਵਿੱਚ ਦੋਸਤੋ ਸਾਫ਼ ਮੈਂਸ਼ਨ ਕੀਤਾ ਹੋਇਆ ਕਿ ACP ਨੇ ਜਿਹੜੇ 4/9/14 ਵਾਲੇ ਜਾਂ 8/16/24/32 ਵਾਲੇ ਇਹ ਇਹਨਾਂ ਦੇ ਵਿੱਚ ਇਨਕਲੂਡ ਕੀਤੇ ਗਏ ਨੇ। ਤਾਂ ਹੁਣ ਦੋਸਤੋ ਅੱਗੇ ਜਿਹੜਾ ਪੈਰਾ ਆ ਜਾਂਦਾ ਉਹ ਹੈਗਾ ਇੰਕਰੀਮੈਂਟਸ ਨੇ ਜਿਹੜੇ ਐਨੂਅਲ ਇੰਕਰੀਮੈਂਟਸ ਉਹਨਾਂ ਨੂੰ ਕੈਲਕੂਲੇਟ ਕਰਨ ਦਾ। ਤਾਂ ਇਹ ਇੰਕਰੀਮੈਂਟਸ ਦੋਸਤੋ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਜਿਹੜੇ ਇੰਕਰੀਮੈਂਟ ਕੈਲਕੂਲੇਟ ਕਰਨੇ ਨੇ ਇਸ ਕੇਸ ਦੇ ਵਿੱਚ 5 ਹੋਏ ਨੇ ਜਿਵੇਂ, ਤਾਂ ਇਹ ਕਦੋਂ ਤੋਂ ਕੈਲਕੂਲੇਟ ਕਰਨੇ ਨੇ ਦੋਸਤੋ? ਇਹ ਇਸ ਕਰਮਚਾਰੀ ਦੇ ਕੇਸ ਵਿੱਚ ਜਦੋਂ ਉਹਨੂੰ ਗ੍ਰੇਡ ਪੇ 1900 ਮਿਲਿਆ ਸੀ।
ਇਹ ਉਦੋਂ ਤੋਂ ਇਹਨੂੰ ਕੈਲਕੂਲੇਟ ਕੀਤੇ ਹੋਏ ਨੇ। ਤਾਂ ਕਹਿਣ ਤੋਂ ਭਾਵ ਦੋਸਤੋ ਇਹ ਹੈ ਕਿ ਜਿਹੜਾ ਵੀ ਤੁਹਾਨੂੰ ਗ੍ਰੇਡ ਪੇ ਜਦੋਂ ਤੁਹਾਨੂੰ ਲੇਟੈਸਟ ਮਿਲਿਆ, ਸਭ ਤੋਂ ਵੱਧ ਜਿਹੜਾ ਗ੍ਰੇਡ ਪੇ ਤੁਹਾਨੂੰ ਮਿਲਿਆ ਹੈ ਤੇ ਉਸ ਤੋਂ ਬਾਅਦ ਤੁਸੀਂ ਰਿਟਾਇਰ ਹੋ ਗਏ ਹੋ, ਉਸ ਗ੍ਰੇਡ ਪੇ ਤੋਂ ਲੈ ਕੇ ਤੁਸੀਂ ਇੰਕਰੀਮੈਂਟ ਹੈ ਜਿਹੜੇ ਆਪਣੇ ਕੈਲਕੂਲੇਟ ਕਰਨੇ ਨੇ। ਤਾਂ ਦੋਸਤੋ ਇਸ ਕੇਸ ਦੇ ਵਿੱਚ ਇੰਕਰੀਮੈਂਟ 5 ਬਣੇ ਨੇ। ਤਾਂ ਦੋਸਤੋ ਇਸ ਕੇਸ ਦੇ ਵਿੱਚ ਜਿਹੜੀ ਲਾਸਟ ਪੇ ਡਰਾਨ ਸੀ ਇਸ ਦੀ ਰਿਟਾਇਰਮੈਂਟ ਦੇ ਟਾਈਮ ਤੇ ਉਹ ਸੀ 13,380 ਰੁਪਏ ਇਸ ਗ੍ਰੇਡ ਪੇ ਦੇ ਵਿੱਚ। ਤੇ ਇਹਦੀ ਜਿਹੜੀ ਬੇਸਿਕ ਪੈਨਸ਼ਨ ਫਿਰ ਬਣ ਗਈ ਦੋਸਤੋ 50% ਦੀ ਜਿਹੜੀ ਇਹਦੇ 'ਚ ਪੈਨਸ਼ਨ ਬਣੂਗੀ, ਕਿਉਂਕਿ ਇਹਦੀ ਸਰਵਿਸ 25 ਸਾਲ ਤੋਂ ਉੱਪਰ ਦੀ ਹੈ। ਤਾਂ 6690 ਰੁਪਏ ਇਹਦੀ ਬੇਸਿਕ ਪੈਨਸ਼ਨ ਹੈ ਜਿਹੜੀ ਉਹ 31/12/2015 ਨੂੰ ਬਣ ਗਈ। ਇਹ ਦੋਸਤੋ ਰਿਵੀਜ਼ਨ ਤੋਂ ਪਹਿਲਾਂ ਦੀ ਪੈਨਸ਼ਨ ਹੈ। ਤਾਂ ਹੁਣ ਦੋਸਤੋ ਅੱਗੇ ਗੱਲ ਕਰੀਏ ਪੈਨਸ਼ਨ ਰਿਵੀਜ਼ਨ ਦੀ ਅਕੋਰਡਿੰਗ ਟੂ 6th ਪੇ ਕਮਿਸ਼ਨ ਦੇ ਪੈਰਾ ਨੰਬਰ 5.1B ਦੀ, ਜਿਹੜਾ ਕਿ ਮੌਜੂਦਾ ਮਿਲ ਰਿਹਾ ਪੈਨਸ਼ਨਰਸ ਨੂੰ। ਇਹਦੇ ਵਿੱਚ ਦੋਸਤੋ DA 113% ਤੇ ਇਹਦੇ ਵਿੱਚ ਵਾਧਾ 15% ਦਾ ਲਾ ਕੇ ਇਹ ਪੈਨਸ਼ਨ ਹੈ ਜਿਹੜੀ ਰਿਵਾਈਜ਼ਡ ਬੇਸਿਕ ਪੈਨਸ਼ਨ ਇਸ ਕਰਮਚਾਰੀ ਦੀ ਬਣ ਗਈ 16,388 ਰੁਪਏ। ਤਾਂ ਹੁਣ ਦੋਸਤੋ ਆ ਜਾਂਦੇ ਆ ਇਸ ਪੈਰੇ ਦੇ ਉੱਪਰ ਜਿਹੜਾ ਕਿ 5.1A ਹੈ, ਉਹਦੇ ਅਕੋਰਡਿੰਗਲੀ ਜਿਹੜੀ ਇਲਸਟ੍ਰੇਸ਼ਨ ਆਈ ਹੈ ਉਹ ਕੀ ਕਹਿੰਦੀ ਹੈ, ਇਹਦੀ ਪੈਨਸ਼ਨ ਕਿੰਨੀ ਬਣੂਗੀ। ਤਾਂ ਇਹਦੇ ਵਿੱਚ ਦੋਸਤੋ ਗ੍ਰੇਡ ਪੇ 1900 ਦੇ ਹਿਸਾਬ ਦੇ ਨਾਲ ਜਿਹੜਾ ਲੈਵਲ ਹੈ ਇਹਦਾ ਲੈਵਲ 3 ਆਊਗਾ। ਇਹ ਦੋਸਤੋ ਜਿਹੜੇ ਰਿਵਾਈਜ਼ਡ ਪੇ ਮੈਟ੍ਰਿਕਸ ਜਿਹੜਾ ਆਇਆ ਸੀ 5 ਜੁਲਾਈ 2021 ਦੇ ਨੋਟੀਫਿਕੇਸ਼ਨ ਦੇ ਵਿੱਚ, ਜਿਹੜਾ 6ਵੇਂ ਤਨਖਾਹ ਕਮਿਸ਼ਨ ਦਾ ਨੋਟੀਫਿਕੇਸ਼ਨ ਸੀ, ਉਹਦੇ ਵਿੱਚ ਇਹ ਪੇ ਮੈਟ੍ਰਿਕਸ ਆਇਆ ਹੋਇਆ ਤੇ ਉਹਦੇ ਵਿੱਚ 1900 ਦਾ ਜਿਹੜਾ ਗ੍ਰੇਡ ਪੇ ਹੈ ਉਹਨੂੰ ਲੈਵਲ 3 ਦੇ ਵਿੱਚ ਰੱਖਿਆ ਗਿਆ ਤੇ ਉਸ ਦੇ ਅਕੋਰਡਿੰਗਲੀ ਇਨੀਸ਼ੀਅਲ ਪੇ ਜਿਹੜੀ ਬਣਦੀ ਹੈ ਉਹ 20,200 ਬਣਦੀ ਹੈ। ਤੇ ਦੋਸਤੋ 5 ਇੰਕਰੀਮੈਂਟ ਇਸ ਕਰਮਚਾਰੀ ਨੂੰ ਦੇਣ ਤੋਂ ਬਾਅਦ ਇਹ ਪੇ ਹੋ ਜਾਂਦੀ ਹੈ 23,400 ਰੁਪਏ। ਇਸ ਦੇ ਵਿੱਚ ਦੋਸਤੋ ਇੰਕਰੀਮੈਂਟਸ ਨੇ ਜਿਹੜੇ ਟੇਬਲ ਦੇ ਵਿੱਚ ਤੁਹਾਨੂੰ ਆਪਣੇ ਆਪ ਕੈਲਕੂਲੇਟ ਕਰਕੇ ਦਿੱਤੇ ਹੋਏ ਨੇ, ਤੁਸੀਂ ਉਹਦੇ ਵਿੱਚ ਜਾ ਕੇ ਦੇਖ ਸਕੋਗੇ, ਆਪਣੇ ਅਕੋਰਡਿੰਗਲੀ ਜਿਹੜੇ ਇੰਕਰੀਮੈਂਟ ਤੁਹਾਡੇ ਬਣਦੇ ਨੇ ਉਹ ਕੈਲਕੂਲੇਟ ਕਰ ਸਕੋਗੇ। ਤਾਂ 23,400 ਦਾ ਦੋਸਤੋ ਜੇ 50% ਆਪਾਂ ਕਰਦੇ ਹਾਂ ਬੇਸਿਕ ਪੈਨਸ਼ਨ ਬਣਾਉਣ ਵਾਸਤੇ ਤਾਂ ਉਹ ਆ ਜਾਂਦੀ ਹੈ 11,700 ਰੁਪਇਆ। ਤਾਂ ਇਸ ਕੇਸ ਦੇ ਵਿੱਚ ਦੋਸਤੋ ਇਹ ਜਿਹੜੀ ਪੈਨਸ਼ਨ ਹੈ ਇਹਦੀ ਘੱਟ ਬਣ ਰਹੀ ਹੈ ਮੌਜੂਦਾ ਜਿਹੜੀ ਰਿਵਾਈਜ਼ਡ ਪੈਨਸ਼ਨ 16,388 ਨਾਲੋਂ। ਤਾਂ ਦੋਸਤੋ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਡਿਪਾਰਟਮੈਂਟ ਜਿਹੜੀ ਵੀ ਪੈਨਸ਼ਨ ਦੋਵਾਂ ਮੈਥਡਸ ਦੇ ਅਕੋਰਡਿੰਗਲੀ ਜਿਹੜੀ ਵੀ ਵੱਧ ਪੈਨਸ਼ਨ ਹੋਊਗੀ ਉਹੀ ਐਪਲੀਕੇਬਲ ਹੋਊਗੀ ਤੁਹਾਡੇ ਤੇ। ਇਸ ਦੇ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਆਟੋਮੈਟਿਕਲੀ ਡਿਪਾਰਟਮੈਂਟ ਨੇ ਜਿਹੜੀ ਪੈਨਸ਼ਨ ਡਿਸਬਰਸਿੰਗ ਅਥਾਰਟੀਜ਼ ਨੇ ਉਹਨਾਂ ਨੇ ਤੁਹਾਨੂੰ ਪੈਨਸ਼ਨ ਜਿਹੜੀ ਵੱਧ ਬਣੂਗੀ ਜਿਹੜੇ ਫਾਰਮੂਲੇ ਦੇ ਨਾਲ, ਉਹੀ ਫਾਰਮੂਲਾ ਐਪਲੀਕੇਬਲ ਹੋਣਾ ਤੁਹਾਡੇ ਤੇ। ਤਾਂ ਇਹਦੇ ਵਿੱਚ ਦੋਸਤੋ ਦੱਸਿਆ ਗਿਆ ਅੱਗੇ ਕਿ ਜਿਹੜੀ ਵੀ 50% ਆਪਾਂ ਇਸ ਕੇਸ ਦੇ ਵਿੱਚ ਕਰੀਏ ਪੈਨਸ਼ਨ, ਤੇ ਜੇ ਉਹਦੀ ਸਰਵਿਸ ਘੱਟ ਹੈ 25 ਸਾਲ ਦੀ ਸਰਵਿਸ ਤੋਂ, ਕੁਆਲੀਫਾਈਂਗ ਸਰਵਿਸ ਤੋਂ, ਤਾਂ ਉਸ ਦੀ ਪੈਨਸ਼ਨ ਹੈ ਜਿਹੜੀ ਉਸ ਦੇ ਅਕੋਰਡਿੰਗਲੀ ਕੈਲਕੂਲੇਟ ਕੀਤੀ ਜਾਊਗੀ। ਇਹ ਇਸ ਨੋਟ ਦੇ ਵਿੱਚ ਮੈਂਸ਼ਨ ਕੀਤਾ ਹੋਇਆ। ਅੱਗੇ ਦੋਸਤੋ ਸੈਕੰਡ ਐਗਜ਼ਾਮਪਲ ਦੇਖ ਲੈਂਦੇ ਹਾਂ। ਇਹ ਐਗਜ਼ਾਮਪਲ ਇੱਕ ਕਲਰਕ ਦੀ ਦਿੱਤੀ ਹੋਈ ਹੈ ਜਿਹਦੀ ਜੁਆਇਨਿੰਗ ਸੀ 1 ਅਪ੍ਰੈਲ 1978 ਤੇ ਇਹਦੀ ਜਿਹੜੀ ਪ੍ਰਮੋਸ਼ਨ ਹੋ ਗਈ ਉਹ 5 ਮਾਰਚ 2006 ਨੂੰ ਹੋ ਗਈ ਸੁਪਰਡੈਂਟ ਦੇ ਵਿੱਚ। ਤਾਂ ਇਹਦਾ ਗ੍ਰੇਡ ਪੇ ਹੈ ਜਿਹੜਾ ਉਹ ਰਿਵਾਈਜ਼ ਹੋ ਗਿਆ। ਤਾਂ ਹੁਣ ਦੋਸਤੋ ਇਹਦੀ ਅਜ਼ਿਊਮਡ ਡੇਟ ਆਫ ਰਿਟਾਇਰਮੈਂਟ ਹੈ ਜਿਹੜੀ ਉਹ 31 ਮਈ 2011 ਰੱਖੀ ਗਈ ਹੈ ਤੇ ਕੁਆਲੀਫਾਈਂਗ ਸਰਵਿਸ ਵੀ ਸੇਮ ਹੈ ਇਹਦੀ 33 ਸਾਲ 2 ਮਹੀਨੇ। ਤੇ ਇਸ ਦਾ ਜਿਹੜਾ ਰਿਟਾਇਰਮੈਂਟ ਦੇ ਟਾਈਮ ਤੇ ਸਕੇਲ ਸੀ ਉਹ ਸੀ 10,334,800 ਪਲੱਸ 5400 ਗ੍ਰੇਡ ਪੇ। 5400 ਗ੍ਰੇਡ ਪੇ ਤੇ ਦੋਸਤੋ ਇਹ ਰਿਟਾਇਰ ਹੋਇਆ। ਦੋਸਤੋ ਸੁਪਰਡੈਂਟ ਦੀ ਜਿਹੜੀ ਗ੍ਰੇਡ ਪੇ ਸੀ ਉਹ 2006 ਦੇ ਵਿੱਚ ਜਿਹੜੀ ਸੀ ਉਹ 5,000 ਸੀ, ਉਹ 5,000 ਸੀ। ਤਾਂ ਉਸ ਤੋਂ ਬਾਅਦ 4 ਸਾਲਾ ACP ਲੱਗਣ ਤੋਂ ਬਾਅਦ ਇਹਦੀ ਜਿਹੜੀ ਗ੍ਰੇਡ ਪੇ ਆ ਉਹ ਰਿਵਾਈਜ਼ ਹੋ ਕੇ 5400 ਬਣ ਗਈ। ਉਹ 4 ਸਾਲਾ ACP ਦੋਸਤੋ ਉਹਨੂੰ ਇਸ ਐਗਜ਼ਾਮਪਲ ਦੇ ਅਕੋਰਡਿੰਗਲੀ 2010 ਦੇ ਵਿੱਚ ਲੱਗੂਗਾ। 2010 ਦੇ ਵਿੱਚ ACP ਲੱਗਣ ਤੋਂ ਬਾਅਦ ਇਹਦਾ ਜਿਹੜਾ ਗ੍ਰੇਡ ਪੇ ਸੀ ਉਹ ਅਪ ਹੋ ਗਿਆ, ਉਹ 5400 ਲੱਗ ਗਿਆ। ਤਾਂ ਹੁਣ ਦੋਸਤੋ ਰਿਟਾਇਰਮੈਂਟ ਇਹਦੀ ਹੋਈ ਹੈ 31 ਮਈ 2011 ਨੂੰ। ਤਾਂ ਇਹਦਾ ਇਸ ਕੇਸ ਦੇ ਵਿੱਚ ਇੰਕਰੀਮੈਂਟ ਹੈ ਜਿਹੜਾ ਉਹ 1 ਬਣੂਗਾ, ਕਿਉਂਕਿ ਲੇਟੈਸਟ ਉਹਨੂੰ ਗ੍ਰੇਡ ਪੇ ਸੀ ਜਿਹੜਾ ਹਾਈਐਸਟ ਗ੍ਰੇਡ ਪੇ ਉਹ 5400 ਮਿਲ ਰਿਹਾ ਸੀ ਤੇ ਉਹ 1 ਸਾਲ ਪਹਿਲਾਂ ਲੱਗਿਆ ਸੀ ਉਹਦਾ। ਤਾਂ ਇੰਕਰੀਮੈਂਟ ਹੈ ਜਿਹੜਾ ਉਹ 1 ਬਣੂਗਾ ਇੱਥੇ।
ਤਾਂ ਇਹਦੀ ਜਿਹੜੀ ਲਾਸਟ ਡਰੋਨ ਪੇ ਸੀ ਬੇਸਿਕ ਪੇ ਉਹ ਬਣਦੀ ਸੀ 25,310 ਤੇ ਇਹਦਾ 50% ਜੇ ਆਪਾਂ ਕਰਦੇ ਹਾਂ ਕਿਉਂਕਿ 33 ਸਾਲ ਦੀ ਸਰਵਿਸ ਹੈ ਤਾਂ 12,655 ਰੁਪਏ ਬਣ ਗਈ। ਹੁਣ ਰਿਵੀਜ਼ਨ ਤੋਂ ਬਾਅਦ ਦੋਸਤੋ ਜਿਹੜਾ 15% ਦਾ ਫਾਰਮੂਲਾ ਹੈ ਪੈਰਾ ਨੰਬਰ 5.1B ਦੇ ਵਿੱਚ ਦਿੱਤਾ ਹੋਇਆ, ਉਹ ਬਣਦਾ ਹੈ DA ਤੇ 15% ਦਾ ਵਾਧਾ ਲਾ ਕੇ 30,999 ਰੁਪਏ। ਇਹ ਉਹਦੀ ਮੌਜੂਦਾ ਪੈਨਸ਼ਨ ਬਣ ਗਈ ਜੋ ਕਿ ਅੱਜ ਉਹਨੂੰ ਮਿਲ ਰਹੀ ਹੈ। ਤਾਂ ਹੁਣ ਜਿਹੜੀ ਨਵੀਂ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਉਹਦੀ ਜਿਹੜੀ ਬਣਦੀ ਹੈ 5.1A ਦੇ ਅਕੋਰਡਿੰਗਲੀ ਜਿਹੜੀ ਕੈਲਕੂਲੇਸ਼ਨ ਹੈ ਉਹਦੇ ਵਿੱਚ ਜਿਹੜਾ ਪੇ ਮੈਟ੍ਰਿਕਸ 'ਚ ਆਪਾਂ ਦੇਖੀਏ ਤਾਂ ਜਿਹੜਾ ਇਹ 5400 ਗ੍ਰੇਡ ਪੇ ਹੈ ਉਹ ਲੈਵਲ 17 ਦੇ ਵਿੱਚ ਹੈ, ਲੈਵਲ 17 ਦੇ ਵਿੱਚ ਉਹ ਆ ਗਿਆ ਤੇ ਉੱਥੇ ਉਹਦੀ ਜਿਹੜੀ ਪੇ ਬਣਦੀ ਹੈ ਇਹ 'ਚ ਦੋਸਤੋ ਪੇ ਕੈਲਕੂਲੇਟ ਕਰਨੀ ਹੈ ਪਹਿਲਾਂ ਆਪਾਂ 53,600 ਤੇ ਉਹਦੇ ਵਿੱਚ ਇੱਕ ਇੰਕਰੀਮੈਂਟ ਜੁੜੂਗਾ ਜੋ ਕਿ ਬਣ ਗਈ 55,200 ਰੁਪਏ। ਇਹਨੂੰ ਦੋਸਤੋ ਹਾਫ ਕਰ ਦੇਣਾ 50% ਇਹਦਾ ਕਰਕੇ ਇਹਦੀ ਪੈਨਸ਼ਨ ਆ ਗਈ ਬੇਸਿਕ 27,600 ਰੁਪਇਆ। ਤਾਂ ਇਸ ਕੇਸ ਦੇ ਵਿੱਚ ਵੀ ਇਹ ਪੈਨਸ਼ਨ ਘੱਟ ਬਣ ਰਹੀ ਹੈ 5.1A ਦੇ ਅਕੋਰਡਿੰਗਲੀ, ਤਾਂ ਇਹਨੂੰ 5.1B ਦੇ ਅਕੋਰਡਿੰਗਲੀ ਜਿਹੜੀ ਪੈਨਸ਼ਨ ਮੌਜੂਦਾ ਮਿਲ ਰਹੀ ਹੈ ਇਹੀ ਇਹਦੀ ਚੱਲਦੀ ਰਹੂਗੀ। ਅੱਗੇ ਦੋਸਤੋ ਐਗਜ਼ਾਮਪਲ ਨੰਬਰ 3 ਹੈ, ਇਹਦੇ ਵਿੱਚ BDPO ਦੀ ਐਗਜ਼ਾਮਪਲ ਦਿੱਤੀ ਹੋਈ ਹੈ। ਇਹ ਹਾਇਰ ਸਕੇਲ ਵਾਲੇ ਕਰਮਚਾਰੀਆਂ ਦੀ ਆ ਗਈ। 1 ਅਪ੍ਰੈਲ 1981 ਦੇ ਵਿੱਚ ਇਹਦੀ ਜੁਆਇਨਿੰਗ ਸੀ ਤੇ ਪ੍ਰਮੋਸ਼ਨ ਹੋ ਗਈ ਇਹਦੀ 2011 ਦੇ ਵਿੱਚ ਤੇ 31 ਮਈ 2014 ਨੂੰ ਇਸ ਬੰਦੇ ਦੀ ਰਿਟਾਇਰਮੈਂਟ ਐਜ਼ਿਊਮ ਕੀਤੀ ਗਈ ਹੈ। 33 ਸਾਲ 2 ਮਹੀਨੇ ਦੀ ਸਰਵਿਸ ਹੈ, ਸੇਮ ਹੈ। 8400 ਗ੍ਰੇਡ ਪੇ ਤੇ ਇਹ ਕਰਮਚਾਰੀ ਜਿਹੜਾ ਹੈਗਾ ਰਿਟਾਇਰ ਹੋਇਆ ਤੇ ਇਹਦੇ 8400 ਗ੍ਰੇਡ ਪੇ ਲੱਗਣ ਤੋਂ ਬਾਅਦ ਜਿਹੜੇ ਇੰਕਰੀਮੈਂਟ ਬਣਦੇ ਨੇ ਉਹ 3 ਬਣਦੇ ਨੇ। ਤਾਂ ਲਾਸਟ ਪੇ ਜਿਹੜੀ ਡਰਾ ਹੋਈ ਇਹਦੀ ਉਹ 46,950 ਸੀ ਤੇ ਜਿਹੜੀ ਬੇਸਿਕ ਪੈਨਸ਼ਨ ਹੈ ਬਿਫੋਰ ਰਿਵੀਜ਼ਨ 23,475 ਰੁਪਏ ਬਣ ਗਈ ਸੀ 31/12/2015 ਨੂੰ। ਤਾਂ ਜਿਹੜੀ ਮੌਜੂਦਾ ਉਹਨੂੰ ਪੈਨਸ਼ਨ ਮਿਲ ਰਹੀ ਹੈ 15% ਦੇ ਵਾਧੇ ਦੇ ਅਕੋਰਡਿੰਗਲੀ 5.1B ਦੇ ਅਕੋਰਡਿੰਗਲੀ ਉਹ ਬਣਦੀ ਹੈ 57,507 ਰੁਪਏ। ਤੇ ਜਿਹੜੀ ਨਵੀਂ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ 5.1A ਦੇ ਅਕੋਰਡਿੰਗਲੀ ਜਿਹੜੀ ਪੈਨਸ਼ਨ ਬਣੂਗੀ ਉਹ ਇਹਦਾ ਗ੍ਰੇਡ ਪੇ ਹੈ ਜਿਹੜਾ 8400 ਲੈਵਲ 26 ਦੇ ਵਿੱਚ ਆਉਂਦਾ ਹੈ। ਉੱਥੇ ਇਹਦੀ ਬੇਸਿਕ ਪੇ ਹੈ ਜਿਹੜੀ ਉਹ ਬਣਦੀ ਹੈ 1,15,000 ਤੇ 3 ਇੰਕਰੀਮੈਂਟ ਲਾਉਣ ਤੋਂ ਬਾਅਦ ਇਸ ਕਰਮਚਾਰੀ ਦੀ ਜਿਹੜੀ ਬੇਸਿਕ ਪੇ ਉਹ ਬਣਦੀ ਹੈ 1,25,800 ਰੁਪਏ ਜੋ ਕਿ 50% ਜੇ ਆਪਾਂ ਕਰ ਦਿੰਦੇ ਹਾਂ ਤਾਂ ਪੈਨਸ਼ਨ ਬਣ ਗਈ ਇਹਦੀ 62,900 ਰੁਪਏ। ਤਾਂ ਇਸ ਕੇਸ ਦੇ ਵਿੱਚ ਦੋਸਤੋ ਦੇਖਦੇ ਹਾਂ ਤਾਂ 5.1A ਦੇ ਅਕੋਰਡਿੰਗਲੀ ਇਹਦੀ ਜਿਹੜੀ ਬੇਸਿਕ ਪੈਨਸ਼ਨ ਹੈ ਉਹ ਜ਼ਿਆਦਾ ਬਣ ਰਹੀ ਹੈ। ਦੋਸਤੋ ਇਹ ਲੈਟਰ ਜੇ ਦੇਖੀਏ ਤਾਂ ਸਾਰੀਆਂ ਪੈਨਸ਼ਨ ਡਿਸਬਰਸਿੰਗ ਅਥਾਰਟੀਜ਼ ਨੇ ਜਿਹੜੀਆਂ ਬੈਂਕਸ ਨੇ ਉਹਨਾਂ ਸਭ ਨੂੰ ਇਹ ਲੈਟਰ ਫਾਰਵਰਡ ਕੀਤਾ ਹੋਇਆ ਹੈ ਤੇ ਸਾਫ਼ ਇੰਸਟਰਕਸ਼ਨਸ ਨੇ ਕਿ 2 ਮਹੀਨਿਆਂ ਦੇ ਅੰਦਰ ਅੰਦਰ ਇਸ ਨੂੰ ਇੰਪਲੀਮੈਂਟ ਕਰ ਦੇਣਾ ਹੈ। 2 ਮਹੀਨਿਆਂ ਦੇ ਵਿੱਚ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ ਇਸ ਰੂਲ ਦੇ ਅਕੋਰਡਿੰਗਲੀ ਰਿਵਾਈਜ਼ ਕਰ ਦਿੱਤੀ ਜਾਣੀ ਹੈ ਤੇ ਜਿਹੜੀ ਤੁਹਾਡੇ ਵਾਸਤੇ ਜ਼ਿਆਦਾ ਬੈਨੀਫੀਸ਼ੀਅਲ ਹੋਊਗੀ ਉਹ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਆਉਣੀ ਸ਼ੁਰੂ ਹੋ ਜਾਊਗੀ। ਤਾਂ ਦੋਸਤੋ ਉਮੀਦ ਕਰਦੇ ਹਾਂ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ। ਵੀਡੀਓਜ਼ ਚੰਗੀਆਂ ਲੱਗਦੀਆਂ ਹੋਣ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਦੋਸਤੋ। ਮਿਲਦੇ ਹਾਂ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।